ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਪੰਜਾਬ ਮੇਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਸਟੇਟ ਦੀ ਦੁਨੀਆ ਵਿੱਚ ਮੰਨਿਆ ਪਰਮੰਨਿਆ ਨਾਮ। ਤੇ ਹੁਣ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਕਿਸਾਨ ਅੰਦੋਲਨ, ਰਾਸ਼ਟਰਪਤੀ ਭਵਨ 'ਚ ਪੁਰਸਕਾਰ ਵਾਪਸ ਕਰਨ ਜਾ ਰਹੇ ਖਿਡਾਰੀਆਂ ਨੂੰ ਦਿੱਲੀ ਪੁਲਿਸ ਨੇ ਰੋਕਿਆ। ਪੰਜਾਬ ਦੇ ਕਾਂਗਰਸੀ ਸਾਂਸਦਾਂ ਨੇ ਸਰਦ ਰੁੱਤ ਦਾ ਇਜਲਾਸ ਸੱਦਣ ਦੀ ਕੀਤੀ ਮੰਗ, ਜੰਤਰ ਮੰਤਰ ਉੱਤੇ ਦਿੱਤਾ ਧਰਨਾ। ਸਾਬਕਾ ਇੰਸਪੈਕਟਰ ਨੇ ਕਿਸਾਨਾਂ ਦੇ ਸਮਰਥਨ 'ਚ ਰਾਸ਼ਟਰਪਤੀ ਸਨਮਾਨ ਵਾਪਸ ਕਰਨ ਦਾ ਕੀਤਾ ਐਲਾਨ। ਸਿੰਘੂ ਬਾਰਡਰ ਪਹੁੰਚੇ ਕੇਜਰੀਵਾਲ, ਕਿਹਾ ਕਿਸਾਨਾਂ ਦੀ ਮੰਗ ਜਾਇਜ਼, ਭਾਰਤ ਬੰਦ ਦਾ ਸਮਰਥਨ ਕਰੇਗੀ ਆਮ ਆਦਮੀ ਪਾਰਟੀ। ਕਿਸਾਨਾਂ ਦੇ ਸਮਰਥਨ ਲਈ ਕਨੌਜ ਜਾ ਰਹੇ ਅਖਿਲੇਸ਼ ਲਏ ਗਏ ਹਿਰਾਸਤ 'ਚ, ਪੁਲਿਸ ਨੇ ਗੱਡੀਆਂ ਵੀ ਕੀਤੀਆਂ ਜ਼ਬਤ। ਪੰਮੀ ਬਾਈ ਨੇ ਵਾਪਸ ਕੀਤਾ ਕੇਂਦਰ ਤੋਂ ਮਿਲਿਆ ਐਵਾਰਡ, ਕਿਹਾ ਕਲਾਕਾਰ ਬਾਅਦ 'ਚ ਪਹਿਲਾਂ ਹਾਂ ਕਿਸਾਨ। ਕਿਸਾਨ ਅੰਦੋਲਨ ਗੁਜਰਾਤ, ਤਮਿਲਨਾਡੂ ਅਤੇ ਕਰਨਾਟਕਾ ਤੋਂ ਵੀ ਕਿਸਾਨਾਂ ਦੇ ਹੱਕ 'ਚ ਪਹੁੰਚ ਰਹੇ ਨੇ ਕਿਸਾਨਾਂ ਦੇ ਦਲ। ਖੇਤੀਬਾੜੀ ਕਾਨੂੰਨ ਬਾਰੇ ਰਵੀ ਸ਼ੰਕਰ ਦਾ ਵੱਡਾ ਬਿਆਨ, ਕਿਹਾ ਜੋ ਕਾਂਗਰਸ ਕਰਨਾ ਚਾਹੁੰਦੀ ਸੀ ਅਸੀਂ ਉਹੀਓ ਕੀਤਾ। ਕਿਸਾਨਾਂ ਦੇ ਹੱਕ ਵਿੱਚ ਵਿਦੇਸ਼ਾਂ ਵਿੱਚ ਵੀ ਸੜਕਾਂ ਉੱਤੇ ਉਤਰੇ ਲੋਕ, ਲੰਡਨ 'ਚ ਭਾਰਤੀ ਦੂਤ ਘਰ ਦੇ ਬਾਹਰ ਮੁਜ਼ਾਹਰਾ। SGPC ਨੇ ਕਿਸਾਨਾਂ ਦੀ ਚੜ੍ਹਦੀ ਕਲਾ ਤੇ ਸੰਘਰਸ਼ ਦੀ ਕਾਮਯਾਬੀ ਲਈ ਕਰਵਾਇਆ ਅਰਦਾਸ ਸਮਾਗਮ। ਬਾਈਡਨ ਨੂੰ ਸਰਕਾਰ ਬਣਾਉਣ ਲਈ ਮਿਲਿਆ ਬਹੁਮਤ, 27 ਰਿਪਬਲਿਕਨ MPs ਨੇ ਬਾਈਡਨ ਦੀ ਜਿੱਤ ਮੰਨੀ। ਟਰੰਪ ਨੇ ਜਾਰਜੀਆ ਨੂੰ ਜਿੱਤਣ ਦਾ ਫਿਰ ਝੂਠਾ ਦਾਅਵਾ ਕੀਤਾ, ਫਿਰ ਲਾਇਆ ਚੋਣ ਵਿੱਚ ਹੇਰਾ ਫੇਰੀ ਦਾ ਦੋਸ਼। ਤੇ ਹੁਣ ਪੇਸ਼ ਨੇ ਖਬਰਾਂ ਵਿਸਤਾਰ ਨਾਲ। ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ ਦਾ ਅੱਜ 12ਵਾਂ ਦਿਨ ਹੈ। ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿਛਲੇ 12 ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ-ਪਾਸ ਡੇਰਾ ਲਗਾਇਆ ਹੋਇਆ ਹੈ। ਕਿਸਾਨਾਂ ਨੇ ਮੰਗਲਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਅਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਲਗਾਤਾਰ ਡਟੇ ਹੋਏ ਨੇ। ਪਰ ਭਾਰਤ ਬੰਦ ਤੋਂ ਇੱਕ ਦਿਨ ਪਹਿਲਾਂ ਰਾਜਨੀਤਿਕ ਪਾਰਟੀਆਂ ਇਸ ਲਈ ਮੋਰਚਾ ਸੰਭਾਲ ਰਹੀਆਂ ਨੇ। ਅਰਵਿੰਦ ਕੇਜਰੀਵਾਲ, ਅਖਿਲੇਸ਼ ਯਾਦਵ, ਮਮਤਾ ਬੈਨਰਜੀ ਨੇ ਖੇਤੀਬਾੜੀ ਕਾਨੂੰਨ ਦੇ ਮੁੱਦੇ ਉੱਤੇ ਕਿਸਾਨਾਂ ਦੇ ਸਮਰਥਨ ਦੀ ਗੱਲ ਕੀਤੀ ਹੈ। ਦੂਜੇ ਪਾਸੇ ਕਿਸਾਨਾਂ ਨੇ ਕਿਹਾ ਹੈ ਕਿ ਭਾਰਤ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗਾ। ਕੱਲ ਕੁੰਡਲੀ ਸਰਹੱਦ ਉੱਤੇ ਪਹੁੰਚੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਸੀ ਕਿ ਜੇ ਕਾਨੂੰਨ ਵਾਪਸ ਨਹੀਂ ਲਏ ਗਏ ਤਾਂ ਉਹ ਆਪਣਾ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਵਾਪਸ ਕਰ ਦੇਣਗੇ। ਪੰਜਾਬ ਦੇ ਲਗਭਗ 30 ਖਿਡਾਰੀਆਂ ਦੀ ਸੂਚੀ ਹੈ ਜੋ ਸੋਮਵਾਰ ਨੂੰ ਦਿੱਲੀ ਪਹੁੰਚੇ ਨੇ ਅਤੇ ਰਾਸ਼ਟਰਪਤੀ ਨੂੰ ਪੁਰਸਕਾਰ ਵਾਪਸ ਕਰਨ ਲਈ ਜਾ ਰਹੇ ਸਨ। ਇਸ ਅੰਦੋਲਨ ਦੇ ਕਾਰਨ ਕਈ ਖਿਡਾਰੀਆਂ ਅਤੇ ਕੋਚਾਂ ਨੇ ਵੀ ਪੁਰਸਕਾਰ ਵਾਪਸ ਕਰਨ ਦੀ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਕਿਹਾ ਹੈ। 30 ਤੋਂ ਵੱਧ ਖਿਡਾਰੀ ਆਪਣੇ ਸਨਮਾਨ ਵਾਪਸ ਕਰਨ ਲਈ ਦਿੱਲੀ ਆਏ ਨੇ, ਪਰ ਦਿੱਲੀ ਪੁਲਿਸ ਨੇ ਖਿਡਾਰੀਆਂ ਨੂੰ ਰਾਸ਼ਟਰਪਤੀ ਭਵਨ ਜਾਣ ਤੋਂ ਪਹਿਲਾਂ ਹੀ ਰੋਕ ਦਿੱਤਾ। ਇਹ ਸਾਰੇ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਪੁਰਸਕਾਰ ਵਾਪਸ ਕਰਨ ਲਈ ਰਾਸ਼ਟਰਪਤੀ ਭਵਨ ਕੋਲ ਮਾਰਚ ਕਰ ਰਹੇ ਸਨ। ਕਿਸਾਨਾਂ ਦਾ ਖੇਤੀਬਾੜੀ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਹੈ ਤੇ ਇਹ ਲਗਾਤਾਰ ਫੈਲਦਾ ਜਾ ਰਿਹਾ ਹੈ। ਕਿਸਾਨਾਂ ਨੇ ਹੁਣ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ, ਜਿਸ ਲਈ 8 ਨਵੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸੇ ਵਿਚਾਲੇ ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਤੋਂ ਸੋਮਵਾਰ ਨੂੰ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਗੁਰਜੀਤ ਸਿੰਘ ਔਜਲਾ, ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਮਹਾਰਾਣੀ ਪ੍ਰਨੀਤ ਕੌਰ ਅਤੇ ਬਾਕੀ ਸੰਸਦ ਮੌਜੂਦ ਸਨ। ਇਸ ਧਰਨਾ ਪ੍ਰਦਰਸ਼ਨ ਦੌਰਾਨ ਸੰਸਦ ਮੈਂਬਰਾਂ ਵੱਲੋਂ ਸੰਸਦ ਦਾ ਸਰਦ ਰੁੱਤ ਇਜਲਾਸ ਬੁਲਾਉਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਮਨੀਸ਼ ਤਿਵਾੜੀ ਨੇ ਕਿਹਾ ਕਿ ਸੰਸਦ ਦਾ ਸਰਦ ਰੁੱਤ ਇਜਲਾਸ ਸੱਦਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ 1952 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਸਰਦ ਰੁੱਤ ਦਾ ਸੈਸ਼ਨ ਉਸ ਸਮੇਂ ਨਹੀਂ ਹੋਵੇਗਾ ਜਦੋਂ ਕਿਸਾਨ ਵਿਰੋਧ ਕਰ ਰਹੇ ਨੇ। ਉਹਨਾਂ ਨੇ ਅੱਗੇ ਕਿਹਾ ਕਿ ਕੇਂਦਰ ਵੱਲੋਂ ਸੈਸ਼ਨ ਨੂੰ ਬੁਲਾ ਕੇ ਕਿਸਾਨ ਵਿਰੋਧੀ ਕਾਨੂੰਨਾਂ ਉੱਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਅਤੇ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ। ਇਸ ਤੋਂ ਇਲਾਵਾ ਧਰਨੇ ਪ੍ਰਦਰਸ਼ਨ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਤਿੰਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ MSP ਉੱਤੇ ਗਰੰਟੀ ਨਾਲ ਹੁਣ ਗੱਲ ਨਹੀਂ ਬਣੇਗੀ। ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਕਿਸਾਨ ਅੰਦੋਲਨ ਨੂੰ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਹਰਪਾਲ ਸਿੰਘ ਨਿਵਾਸੀ ਬਠਿੰਡਾ ਨੇ ਵੀ ਸਮਰਥਨ ਦਿੱਤਾ ਹੈ। ਐਤਵਾਰ ਨੂੰ ਸਾਬਕਾ ਇੰਸਪੈਕਟਰ ਨੇ ਚੰਗੀ ਸੇਵਾ ਦੇ ਬਦਲੇ ਪ੍ਰਾਪਤ ਹੋਏ 2 ਰਾਸ਼ਟਰਪਤੀ ਅਵਾਰਡਾਂ ਦੀ ਵਾਪਸੀ ਦਾ ਐਲਾਨ ਕੀਤਾ। ਸਾਬਕਾ ਇੰਸਪੈਕਟਰ ਨੇ ਅਵਾਰਡ ਵਾਪਸ ਕਰਨ ਲਈ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖਦਿਆਂ ਕਿਹਾ ਕਿ ਪੰਜਾਬ ਅਤੇ ਹੋਰ ਰਾਜਾਂ ਦੇ ਕਿਸਾਨਾਂ ਨੂੰ ਖੇਤੀਬਾੜੀ ਕਾਨੂੰਨੀ ਸੰਬੰਧੀ ਭਾਰਤ ਸਰਕਾਰ ਦੁਆਰਾ ਬੇਇੱਜ਼ਤ ਕੀਤਾ ਜਾ ਰਿਹਾ। ਕਿਸਾਨਾਂ ਨੂੰ ਜ਼ਲੀਲ ਕਰਨ ਦੇ ਕਹਿਰ ਵਿੱਚ ਉਹ ਆਪਣੇ ਦੋਵੇਂ ਰਾਸ਼ਟਰਪਤੀ ਅਵਾਰਡ ਵਾਪਸ ਕਰ ਰਿਹਾ। ਉਸਨੇ ਕਿਹਾ ਕਿ ਉਸਦਾ ਇਹ ਫੈਸਲਾ ਆਪਣਾ ਨਿੱਜੀ ਹੈ। ਸਾਬਕਾ ਇੰਸਪੈਕਟਰ ਨੇ ਕਿਹਾ ਕਿ ਉਹ ਵੀ ਇੱਕ ਕਿਸਾਨ ਦਾ ਬੇਟਾ ਹੈ ਤੇ ਹੁਣ ਰਿਟਾਇਰ ਹੋਣ ਤੋਂ ਬਾਅਦ ਉਹ ਆਪਣੀ ਜ਼ਮੀਨ ਦੀ ਖੇਤੀ ਕਰਦਾ ਹੈ।
उन्होंने कहा कि केंद्र सरकार ने जो 3 खेतीबाड़ी कानून लागू किए ने उन्हां दा किसानां नूं कोई लाभ नहीं होया। उन्होंने केंद्र सरकार तो मांग की है कि अंदोलनकारी किसानां दीआं मंगां नूं तुरंत मनदिआं तीनों खेतीबाड़ी कानूनां नूं खत्म किया जाए। खेतीबाड़ी कानूनां दे विरोध विच दिल्ली बार्डर उत्ते किसानां दा रोस प्रदर्शन जारी है। अज यानी कि सोमवार नूं दिल्ली दे मुख मंत्री अरविंद केजरीवाल सिंघू बार्डर पहुंचे, जिथे वड्डी गिणती विच किसान डटे हुए ने। अरविंद केजरीवाल ने किसानां वल्लों मंगलवार नूं भारत बंद का समर्थन किया। सिंघू बार्डर उत्ते पहुंचे दिल्ली के मुख मंत्री अरविंद केजरीवाल ने कहा कि असीं किसानां दी हर मंग का समर्थन करते हैं। किसानां दा मुद्दा अते संघर्ष जायज़ है। दिल्ली सरकार अते साडी पार्टी किसानां दे संघर्ष विच नाल खड़ी है। उन्होंने कहा कि जदों किसान बॉर्डर उत्ते आए, केंद्र अते दिल्ली पुलिस ने सानूं दिल्ली दे 9 स्टेडियम जेल बनाउण दी इजाजत मंगी सी। केजरीवाल ने अगे कहा कि साडे उत्ते दबाव बनाया गया सी, पर असीं कोई इजाजत नहीं दित्ती। साडी सरकार अते पार्टी लगातार सेवकां दी तरह किसानां दी सेवा करन विच लगी हुई है। मैं एक सेवादार वजों आया हां अते किसानां दी सेवा करन आया हां। केजरीवाल ने कहा कि किसान लगातार मेहनत करके अन्न पैदा करते हैं, इसलिए साडा फर्ज बनता है कि असीं किसानां दी सेवा करिए। ਇੱਥੇ पहुंच के दिल्ली के मुख मंत्री अरविंद केजरीवाल ने किसानां नाल मुलाकात की ते किसानां लई कीते प्रबंधां दा जायजा भी लिया। उन्हां नूं होर संभव मदद देण दा भरोसा दिता। उत्थे ही दूजे पासे दिल्ली के उप मुख मंत्री मनीष सिसोदिया ने किसानां नाल मुलाकात करन तो बाद कहा कि असीं किसानां नूं दित्तियां जा रहीआं सेवावां दा जायजा लैण आए हां। किसानां दा कहना है कि वो देश लई बैठे ने। जेकर किसानां नूं मुश्किलां दा सामना करना पै रहा है तां देश की हर पार्टी नूं उन्हां दा समर्थन करना चाहिए। खेतीबाड़ी कानून का विरोध कर रहे किसानां दे दिल्ली चलो अंदोलन का अज 12वां दिन ने। केंद्र वालों पास किए गए खेती कानूनां विरुद्ध किसानां का प्रदर्शन लगातार जारी है। पिछले 12 दिनों तो पंजाब और हरियाणा के किसानां ने दिल्ली के आस पास डेरा लाया होया। किसानां ने मंगलवार नूं भारत बंद का सद्दा दिता है ते किसान दिल्ली दीआं सरहदां उत्ते लगातार डटे हुए ने। किसान अंदोलन नूं लैके सियासी पारा भी लगातार वधदा होया नज़र आ रहा है। समाजवादी पार्टी के मुखी अखिलेश यादव अज किसान यात्रा की शुरुआत कर रहे हैं। लखनऊ विच ही खेतीबाड़ी कानून विरुद्ध दंगल भखदा जा रहा है। कन्नौज जा रहे समाजवादी पार्टी के मुखी अते यूपी के साबका मुख मंत्री अखिलेश यादव नूं किसान यात्रा शुरू करने लई हिरासत विच लै लिया गया। प्रशासन ने पहला लखनऊ स्थित उन्हां दे घर दे बाहर बैरीकेड लगा दिते सी, जिस तो बाद अखिलेश नेड़े ही धरने उत्ते बैठ गए सन। पर हुण उन्हां नूं हिरासत विच लै लिया गया है ते अखिलेश दा दोष है कि प्रशासन ने उन्हां दीआं गड्डियां नूं जब्त कर लिया। हिरासत विच लैण तो बाद अखिलेश यादव नूं ईको गार्डन भेजा जा रहा है, जिथे उन्हां नूं हिरासत विच रखा जाएगा। खबरां दा सिलसिला इस तरह बनिया रहेगा। फिलहाल समा हो चुका एक छोटी जी ब्रेक दा। ट्रकां वाले भरावां लई खुशखबरी। यूएस फ्यूल सर्विसेज वाले तुहाडे ट्रकां दे डीजल लई लैके आए ने विशेष छूट। जे तुसीं इन्हां दा फ्यूल कार्ड पायलट फ्लाइंग ट्रक स्टॉप ते वरतदे हो ते तुहानूं दवाउंदे ने 40 ਤੋਂ 50 सेंट पर गैलन का डिस्काउंट। भुल्लो ना, अज ही एक्सेल फ्यूल कार्ड ते 19 फ्यूल नैटवर्क अपलाई करो ते अपने ट्रकिंग बिजनेस नूं फायदेमंद बनाओ। यूएस फ्यूल सर्विसेज नूं अज ही कॉल करो 916 919 7061 916 919 7061 916 686 6713 916 686 6713। ब्रेक तो बाद एक बार फिर स्वागत है पंजाब मेल खबरों के विच। किसान अंदोलन नूं लैके सियासी पारा भी काफ़ी वधिया होया। खेतीबाड़ी कानून का विरोध कर रहे किसानां दे दिल्ली चलो अंदोलन का अज 12वां दिन ने। खेतीबाड़ी कानून के मुद्दे उत्ते ਵੱਖ-ਵੱਖ वर्गां तो किसानां नूं समर्थन मिल रहा है। केंद्र वालों पास किए गए खेती कानूनों विरुद्ध किसानों का प्रदर्शन लगातार जारी है। पिछले 12 दिनों तो पंजाब और हरियाणा के किसानों ने दिल्ली के आस पास डेरा लाया होया। हुण इस कड़ी विच कई राजनीतिक पार्टियां भी किसानों का साथ दे रही ने। खेतीबाड़ी कानूनों खिलाफ विरोध प्रदर्शनों दौरान देश भर ਦੀਆਂ किसान जथेबंदियां ने 8 दिसंबर ਨੂੰ भारत बंद का सद्दा दिता है। इस विच पंजाब, हरियाणा, उत्तर प्रदेश, उत्तराखंड, राजस्थान समेत कई राज्यों के किसान संगठन शामिल हैं। हुण कई राजनीतिक पार्टियां ने भी इस बंद का समर्थन किया। इस दौरान उत्तर प्रदेश के साबका मुख्यमंत्री अते बसपा सुप्रीमो मायावती ने भी भारत बंद का समर्थन किया। उन्होंने लिखा है कि खेतीबाड़ी नाल संबंधित 3 नवे कानूनों को वापस लैण लई किसान सारे देश विच अंदोलन कर रहे हैं अते बसपा 8 दिसंबर ਨੂੰ उन्हां दीआं संस्थावां ਵੱਲੋਂ भारत बंद के ऐलान का समर्थन करती है। केंद्र ਨੂੰ किसानां दीआं मंगां मन्नण की अपील भी की जाती है।
ਕਿਸਾਨੀ ਅੰਦੋਲਨ 'ਚ ਪੰਜਾਬ ਦੇ ਕਲਾਕਾਰਾਂ ਦੀ ਸ਼ਮੂਲੀਅਤ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਸੱਭਿਆਚਾਰਕ ਗਾਇਕੀ ਨਾਲ ਵਿਲੱਖਣ ਪਛਾਣ ਬਣਾਉਣ ਵਾਲੇ ਗਾਇਕ ਪੰਮੀ ਬਾਈ ਨੇ ਜਿੱਥੇ ਸਿੰਘੂ ਬਾਰਡਰ ਉੱਤੇ ਕਿਸਾਨਾਂ ਦੇ ਮੋਰਚੇ 'ਚ ਸ਼ਿਰਕਤ ਕੀਤੀ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਮਿਲਿਆ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ-ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਸੜਕਾਂ ਉੱਤੇ ਉਤਰੇ ਕਿਸਾਨ ਹੁਣ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ਉੱਤੇ ਡਟੇ ਹੋਏ ਨੇ। ਪਹਿਲਾਂ ਕਿਸਾਨਾਂ ਨੇ ਪੁਲਿਸ ਨਾਲ ਤਕਰਾਰ ਤੋਂ ਬਾਅਦ ਵੱਡੀ ਗਿਣਤੀ ਵਿੱਚ ਦਿੱਲੀ ਹਰਿਆਣਾ ਦੀ ਸਿੰਘੂ ਸਰਹੱਦ ਉੱਤੇ ਡੇਰਾ ਲਾ ਲਿਆ ਸੀ। ਕਿਸਾਨਾਂ ਦਾ ਸੰਘਰਸ਼ ਲੰਮੇ ਸਮੇਂ ਤੋਂ ਜਾਰੀ ਹੈ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਨੇ ਆਪਣੀਆਂ ਜਾਨਾਂ ਵੀ ਗਵਾ ਲਈਆਂ ਨੇ। ਇਸ ਵਿਚਾਲੇ ਹੁਣ ਕਿਸਾਨ ਪ੍ਰਦਰਸ਼ਨ ਵਿੱਚ ਸ਼ਾਮਿਲ ਖੰਨਾ ਦੇ ਇਕੋਲਾਹਾ ਪਿੰਡ ਦੇ ਬਜ਼ੁਰਗ ਰਵਿੰਦਰਪਾਲ ਦੀ ਠੰਡ ਨਾਲ ਮੌਤ ਹੋ ਗਈ ਹੈ। ਰਵਿੰਦਰਪਾਲ ਬਾਰਡਰ ਉੱਤੇ ਬੈਠੇ ਕਿਸਾਨਾਂ ਵਿੱਚ ਆਪਣੀਆਂ ਕਵਿਤਾਵਾਂ ਤੇ ਗਾਣਿਆਂ ਨਾਲ ਜੋਸ਼ ਭਰਦੇ ਸਨ। ਦੱਸਿਆ ਜਾ ਰਿਹਾ ਕਿ ਰਵਿੰਦਰਪਾਲ ਲਗਭਗ 8 ਦਿਨਾਂ ਤੱਕ ਆਪਣੇ ਕੱਪੜਿਆਂ ਉੱਤੇ ਜੋਸ਼ ਭਰਨ ਵਾਲੇ ਸਲੋਗਨ ਲਿਖ ਕੇ ਧਰਨੇ ਵਾਲੀ ਥਾਂ ਉੱਤੇ ਘੁੰਮਦੇ ਰਹੇ। ਇੱਕ ਦਿਨ ਪਹਿਲਾਂ ਉਹਨਾਂ ਨੇ ਸਟੇਜ ਉੱਤੇ ਚੜ੍ਹ ਕੇ ਕਿਸਾਨਾਂ ਉੱਠ ਵੇ ਉੱਠਣ ਦਾ ਵੇਲਾ ਨਾਮ ਦਾ ਗੀਤ ਗਾ ਕੇ ਦਿੱਲੀ ਮੋਰਚੇ ਵਿੱਚ ਕਿਸਾਨਾਂ ਨੂੰ ਡਟਣ ਦਾ ਸੰਦੇਸ਼ ਦਿੱਤਾ ਸੀ। ਇਸ ਮੋਰਚੇ ਦੌਰਾਨ ਠੰਡ ਵਧਣ ਕਾਰਨ ਉਹਨਾਂ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਘਰ ਲੈ ਕੇ ਆਏ, ਪਰ ਘਰ ਪਹੁੰਚਦਿਆਂ ਹੀ ਉਹਨਾਂ ਦੀ ਮੌਤ ਹੋ ਗਈ। ਨਵੇਂ ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਦੇਸ਼ ਭਰ ਦੇ ਕਿਸਾਨ ਅਤੇ ਪੰਜਾਬ ਦੇ ਕਿਸਾਨ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਨੇ। ਉੱਥੇ ਹੀ ਹੁਣ ਕਿਸਾਨਾਂ ਦੇ ਹੱਕ 'ਚ ਗੁਜਰਾਤ, ਤਮਿਲਨਾਡੂ ਅਤੇ ਕਰਨਾਟਕਾ ਤੋਂ ਵੀ ਕਿਸਾਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਪਹੁੰਚ ਰਹੇ ਨੇ ਤਾਂ ਜੋ ਕੇਂਦਰ ਸਰਕਾਰ ਦਾ ਹੰਕਾਰ ਤੋੜਿਆ ਜਾ ਸਕੇ। ਕਿਸਾਨਾਂ ਨੂੰ ਦਿੱਲੀ ਬਾਰਡਰਾਂ ਉੱਤੇ ਡਟਿਆਂ ਨੂੰ 11 ਦਿਨ ਹੋ ਚੁੱਕੇ ਨੇ। ਬਾਰਡਰ ਉੱਤੇ ਤਕਰੀਬਨ 1 ਲੱਖ ਪ੍ਰਦਰਸ਼ਨਕਾਰੀਆਂ ਲਈ ਦਿਨ ਰਾਤ ਲੰਗਰ ਬਣਾਇਆ ਜਾ ਰਿਹਾ ਹੈ। ਖਾਲਸਾ ਏਡ ਦੀਆਂ ਟੀਮਾਂ ਵੱਲੋਂ ਕਿਸਾਨਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਕਿਸਾਨਾਂ ਨੂੰ ਜੂਸ, ਪੀਜ਼ਾ, ਦੇਸੀ ਘਿਓ, ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਉੱਥੇ ਠੰਡ ਵਿੱਚ ਬੈਠੇ ਸਾਡੇ ਬਜ਼ੁਰਗ ਕਿਸਾਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ। ਜਲੇਬੀਆਂ, ਗੋਲਗੱਪੇ, ਬਾਦਾਮ, ਅਖਰੋਟ ਤੱਕ ਵੰਡੇ ਜਾ ਰਹੇ ਨੇ। ਨੈਸ਼ਨਲ ਹਾਈਵੇ ਉੱਤੇ ਮੀਲਾਂ ਟਰੈਕਟਰ ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਇਹਨਾਂ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਆਪਣੇ ਘਰ ਹੀ ਬਣਾ ਲਿਆ। ਅੰਦੋਲਨ 'ਚ ਆਏ ਹੋਏ ਕਿਸਾਨ ਖੁਦ ਹੀ ਕਹਿ ਰਹੇ ਨੇ ਕਿ ਅਜਿਹਾ ਪ੍ਰਦਰਸ਼ਨ ਜੀਵਨ 'ਚ ਪਹਿਲੀ ਵਾਰ ਦੇਖ ਰਹੇ ਹਾਂ। ਕਈ ਕਿਸਾਨ ਤਾਂ ਵਿਦੇਸ਼ਾਂ ਤੋਂ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਆ ਰਹੇ ਨੇ। ਪੰਜਾਬ ਦੇ ਇੱਕ ਪਿੰਡ ਤੋਂ ਦੇਸੀ ਘਿਓ ਤੇ ਦੂਸਰੇ ਪਿੰਡ ਤੋਂ 15 ਟਨ ਅਲਸੀ ਦੀਆਂ ਪਿੰਨੀਆਂ ਵੀ ਆਈਆਂ ਨੇ। ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲੋਂ ਵੈਜ ਪੁਲਾਓ ਦਾ ਲੰਗਰ ਲਗਾਇਆ ਹੋਇਆ। ਇਸ ਤਰ੍ਹਾਂ ਹਰ ਕੋਈ ਨਿੱਕਾ ਵੱਡਾ ਬਿਨਾਂ ਕਿਸੇ ਭੇਦਭਾਵ ਤੋਂ ਕਿਸਾਨਾਂ ਦੇ ਸਮਰਥਨ 'ਚ ਡਟਿਆ ਹੋਇਆ ਹੈ। 6ਵੇਂ ਦੌਰ ਦੀ ਗੱਲਬਾਤ 9 ਦਸੰਬਰ ਨੂੰ ਕਿਸਾਨਾਂ ਅਤੇ ਸਰਕਾਰ ਦਰਮਿਆਨ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ 8 ਦਸੰਬਰ ਨੂੰ ਪੂਰੇ ਦੇਸ਼ ਭਰ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਟਰਾਂਸਪੋਰਟ ਸੈਕਟਰ ਦੀ ਸਰਬੋਤਮ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਅਤੇ ਆਲ ਇੰਡੀਆ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਨੇ ਬੰਦ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਟਰਾਂਸਪੋਰਟ ਸੈਕਟਰ ਦੀ ਸਰਬੋਤਮ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਅਤੇ ਆਲ ਇੰਡੀਆ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਦੇਸ਼ ਦਾ ਵਪਾਰ ਅਤੇ ਆਵਾਜਾਈ 8 ਦਸੰਬਰ ਨੂੰ ਭਾਰਤ ਬੰਦ ਵਿੱਚ ਸ਼ਾਮਲ ਨਹੀਂ ਹੈ। ਦਿੱਲੀ ਸਮੇਤ ਦੇਸ਼ ਭਰ ਵਿੱਚ ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹੇ ਰਹਿਣਗੇ ਤੇ ਕਾਰੋਬਾਰੀ ਗਤੀਵਿਧੀਆਂ ਆਮ ਵਾਂਗ ਜਾਰੀ ਰਹਿਣਗੀਆਂ, ਜਦਕਿ ਟਰਾਂਸਪੋਰਟ ਸੈਕਟਰ ਵੀ ਕੰਮ ਕਰਨ ਜਾਰੀ ਰੱਖੇਗਾ ਅਤੇ ਮਾਲ ਦੀ ਆਵਾਜਾਈ ਵੀ ਪੂਰੀ ਤਰ੍ਹਾਂ ਕੰਮਸ਼ੀਲ ਹੋਵੇਗੀ। ਕੈਟ ਦੇ ਕੌਮੀ ਚੇਅਰਮੈਨ BC ਭਾਰਤੀਆ, ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਅਤੇ ਇਟਵਾ ਦੇ ਕੌਮੀ ਚੇਅਰਮੈਨ ਪ੍ਰਦੀਪ ਸਿੰਘਲ, ਪ੍ਰਧਾਨ ਸ਼੍ਰੀ ਮਹਿੰਦਰ ਆਰਿਆ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਸੰਗਠਨ ਜਾਂ ਕਿਸਾਨ ਲਹਿਰ ਦੇ ਨੇਤਾਵਾਂ ਨੇ ਆਪਣੀ ਅੰਦੋਲਨ ਜਾਂ ਭਾਰਤ ਬੰਦ ਲਈ CAT ਜਾਂ ਇਟਵਾ ਨਾਲ ਕੋਈ ਸੰਪਰਕ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਇਸ ਦੇ ਮੱਦੇਨਜ਼ਰ ਕੋਈ ਸਹਾਇਤਾ ਮੰਗੀ ਹੈ। ਭਾਰਤ ਅਤੇ ਦੇਸ਼ ਭਰ ਤੋਂ ਵਪਾਰੀਆਂ ਅਤੇ ਟਰਾਂਸਪੋਰਟਾਂ ਨੂੰ ਰੱਖਣਾ ਭਾਰਤ ਬੈਂਡ ਵਿੱਚ ਸ਼ਾਮਿਲ ਨਹੀਂ ਹੈ। ਖੇਤੀਬਾੜੀ ਕਾਨੂੰਨਾਂ ਸੰਬੰਧੀ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਧਿਰ ਉੱਤੇ ਤਿੱਖਾ ਨਿਸ਼ਾਨਾ ਸਾਧਿਆ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਗੈਰ ਵਿਰੋਧੀ ਪਾਰਟੀਆਂ ਵੀ ਕਿਸਾਨ ਅੰਦੋਲਨ ਵਿੱਚ ਕੁੱਦ ਪਈਆਂ ਨੇ। ਉਹ ਨਿਰੰਤਰ ਚੋਣਾਂ ਹਾਰ ਰਹੇ ਨੇ, ਇਸ ਲਈ ਉਹ ਸਰਕਾਰ ਦੇ ਵਿਰੁੱਧ ਖੜੇ ਨੇ ਅਤੇ ਆਪਣੇ ਵਾਅਦੇ ਭੁੱਲ ਜਾਂਦੇ ਨੇ। ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ 2014 ਦੇ ਚੋਣ ਮਨੋਰਥ ਪੱਤਰ ਵਿੱਚ EPMC ਐਕਟ ਨੂੰ ਖਤਮ ਕਰੇਗੀ। 2014 ਵਿੱਚ ਕਾਂਗਰਸ ਨੇ ਆਪਣੀ ਚੋਣ ਮਨੋਰਥ ਪੱਤਰ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਸੀ ਕਿ APMC ਐਕਟ ਨੂੰ ਦੁਹਰਾਏਗੀ ਅਤੇ ਹਿੰਦੀ ਵਿੱਚ ਲਿਖਿਆ ਹੈ ਕਿ ਅਸੀਂ ਇਸ ਕਾਨੂੰਨ ਵਿੱਚ ਸੋਧ ਕਰਾਂਗੇ ਜੋ ਅਸੀਂ ਕਰ ਰਹੇ ਹਾਂ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਾਲ 2013 ਵਿੱਚ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਦੀ ਬੈਠਕ ਬੁਲਾਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕਿਸਾਨ ਮੰਡੀਆਂ ਨੂੰ ਆਜ਼ਾਦ ਹੋਣਾ ਚਾਹੀਦਾ ਹੈ।
ਸਾਬਕਾ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਅਨੇਕਾਂ ਮੁੱਖ ਮੰਤਰੀਆਂ ਨੂੰ APMC ਐਕਟ ਬਦਲਣ ਤੋਂ ਲੈ ਕੇ ਕਿਸਾਨਾਂ ਦੀ ਮੰਡੀਆਂ ਨੂੰ ਆਜ਼ਾਦ ਕਰਵਾਉਣ ਲਈ ਪੱਤਰ ਲਿਖਿਆ ਸੀ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸ਼ਰਦ ਪਵਾਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਜੇ APMC ਐਕਟ ਵਿੱਚ ਬਦਲਾਅ ਕੀਤੇ ਗਏ ਤਾਂ ਆਰਥਿਕਤਾ ਪ੍ਰਭਾਵਿਤ ਹੋਵੇਗੀ। ਉਹਨਾਂ ਨੇ ਕਿਹਾ ਕਿ ਅਖਿਲੇਸ਼ ਯਾਦਵ ਤੁਹਾਨੂੰ ਯਾਦ ਦਿਵਾਉਂਦਾ ਹਾਂ ਕਿ ਖੇਤੀਬਾੜੀ ਨਾਲ ਜੁੜੇ ਮਾਮਲਿਆਂ ਦੀ ਸੰਸਦੀ ਕਮੇਟੀ ਵਿੱਚ ਤੁਹਾਡੇ ਪਿਤਾ ਅਤੇ ਸਮਾਜਵਾਦੀ ਦੀ ਆਖਰੀ ਆਵਾਜ਼ ਮੁਲਾਇਮ ਸਿੰਘ ਯਾਦਵ ਨੇ ਵੀ ਇਹ ਵੀ ਕਿਹਾ ਸੀ ਕਿ ਕਿਸਾਨਾਂ ਨੂੰ ਮੰਡੀ ਸੱਭਿਆਚਾਰ ਤੋਂ ਬਾਹਰ ਆਉਣ ਦੀ ਲੋੜ ਹੈ। ਪਿਛਲੇ 11 ਦਿਨਾਂ ਤੋਂ ਭਾਰਤ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਨੂੰ ਜਿੱਥੇ ਆਪਣੇ ਦੇਸ਼ ਤੋਂ ਪੂਰਾ ਸਮਰਥਨ ਮਿਲ ਰਿਹਾ, ਉੱਥੇ ਹੀ ਵਿਦੇਸ਼ਾਂ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਲੋਕ ਉਤਰ ਆਏ ਨੇ। ਵਿਰੋਧ ਪ੍ਰਦਰਸ਼ਨ ਦਾ ਅਸਰ ਬ੍ਰਿਟੇਨ ਵਿੱਚ ਵੀ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਲੋਕ ਲੰਡਨ ਵਿੱਚ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਕਿਸਾਨਾਂ ਦੇ ਸਮਰਥਨ ਵਿੱਚ ਵਿਰੋਧ ਪ੍ਰਦਰਸ਼ਨ ਲਈ ਇਕੱਠੇ ਹੋਏ, ਜਿਸ ਦੇ ਮੱਦੇਨਜ਼ਰ ਲੰਡਨ ਪੁਲਿਸ ਨੇ ਹਾਈ ਕਮਿਸ਼ਨ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਹੈ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੰਡਨ ਪੁਲਿਸ ਨੇ ਭਾਰਤੀ ਹਾਈ ਕਮਿਸ਼ਨ ਨੂੰ ਪੂਰੀ ਤਰ੍ਹਾਂ ਸੁਰੱਖਿਆ ਦੇ ਘੇਰੇ ਵਿੱਚ ਲਿਆ ਹੋਇਆ ਹੈ। ਇਸ ਤੋਂ ਇਲਾਵਾ ਅਮਰੀਕਾ ਵਿੱਚ ਵੀ ਕਾਫੀ ਥਾਵਾਂ ਉੱਤੇ ਦੇਖਿਆ ਜਾ ਰਿਹਾ ਹੈ ਕਿ ਭਾਰਤੀ ਅਤੇ ਪੰਜਾਬੀ ਮੂਲ ਦੇ ਨਾਗਰਿਕਾਂ ਨੇ ਕੇਂਦਰ ਸਰਕਾਰ ਦੇ ਵਿਰੁੱਧ ਆਪਣੇ ਮੁਜ਼ਾਹਰੇ ਕੀਤੇ ਨੇ। ਇਸ ਤੋਂ ਇਲਾਵਾ ਕੈਨੇਡਾ, ਆਸਟ੍ਰੇਲੀਆ, ਸਪੇਨ ਅਤੇ ਹੋਰ ਕਾਫੀ ਸਾਰੇ ਮੁਲਕਾਂ ਵਿੱਚ ਵੀ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕੇਂਦਰ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਹੈ। ਕਿਸਾਨਾਂ ਦੀ ਚੜ੍ਹਦੀ ਕਲਾ ਤੇ ਸੰਘਰਸ਼ ਦੀ ਕਾਮਯਾਬੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਦਾਸ ਸਮਾਗਮ ਕਰਵਾਇਆ ਗਿਆ। ਅਰਦਾਸ ਸਮਾਗਮ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਕਰਵਾਏ ਗਏ। ਇਸੇ ਤਹਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਅਰਦਾਸ ਸਮਾਗਮ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਅੰਤਰਿਮ ਕਮੇਟੀ ਮੈਂਬਰ ਅਤੇ ਸਮੂਹ ਸਟਾਫ ਸ਼ਾਮਲ ਹੋਏ। ਕੈਲੀਫੋਰਨੀਆ ਸੂਬੇ ਨੇ ਡੈਮੋਕ੍ਰੈਟਿਕ ਉਮੀਦਵਾਰ ਜੋ ਬਾਈਡਨ ਦੀ ਜਿੱਤ ਉੱਤੇ ਮੋਹਰ ਲਗਾ ਦਿੱਤੀ ਹੈ। 55 ਇਲੈਕਟੋਰਲ ਕਾਲਜ ਦੇ ਨਤੀਜੇ ਪੱਖ ਵਿੱਚ ਆਉਣ ਪਿੱਛੋਂ ਬਾਈਡਨ ਨੇ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਪ੍ਰਾਪਤ ਕਰ ਲਿਆ। ਬਾਈਡਨ ਨੂੰ 279 ਇਲੈਕਟੋਰਲ ਕਾਲਜ ਦਾ ਸਮਰਥਨ ਮਿਲ ਚੁੱਕਿਆ, ਜਦਕਿ ਜ਼ਰੂਰੀ ਆંકੜਾ 270 ਦਾ ਹੈ। ਕੈਲੀਫੋਰਨੀਆ ਦੀ ਸੈਕਟਰੀ ਆਫ ਸਟੇਟ ਐਲੈਕਸ ਪੈਡਿਲਾ ਨੇ ਬਾਈਡਨ ਦੀ ਜਿੱਤ ਉੱਤੇ ਰਸਮੀ ਮੋਹਰ ਲਗਾ ਦਿੱਤੀ ਹੈ। ਹਾਲਾਂਕਿ ਰਾਸ਼ਟਰਪਤੀ ਚੋਣ ਵਿੱਚ ਆਮ ਕਰਕੇ ਇਹਨਾਂ ਗੱਲਾਂ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ, ਪਰੰਤੂ ਇਸ ਵਾਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਾਈਡਨ ਦੀ ਜਿੱਤ ਨੂੰ ਸਵੀਕਾਰ ਨਾ ਕਰਨ ਕਰਕੇ ਇਸ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕੈਲੀਫੋਰਨੀਆ ਵਿੱਚ ਜਿਨ੍ਹਾਂ ਇਲੈਕਟਰਾਂ ਦੀ ਜਿੱਤ ਦਾ ਐਲਾਨ ਕੀਤਾ ਗਿਆ ਹੈ, ਉਹ 14 ਦਸੰਬਰ ਨੂੰ ਹੋਰ ਸੂਬਿਆਂ ਦੇ ਆਪਣੇ ਹਮਰੁਤਬਾ ਨਾਲ ਬੈਠਕ ਕਰਨਗੇ ਅਤੇ ਅਗਲੇ ਰਾਸ਼ਟਰਪਤੀ ਲਈ ਰਸਮੀ VOTING ਕਰਨਗੇ। ਇਸ ਪਿੱਛੋਂ 6 ਜਨਵਰੀ ਨੂੰ ਕਾਂਗਰਸ ਇਸ ਉੱਤੇ ਅੰਤਿਮ ਮੋਹਰ ਲਗਾ ਦੇਵੇਗੀ। 249 ਰਿਪਬਲਿਕਨ MPs ਵਿੱਚੋਂ ਸਿਰਫ 27 ਨੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਦੀ ਚੋਣ ਜਿੱਤ ਨੂੰ ਸਵੀਕਾਰ ਕੀਤਾ ਹੈ। ਵਾਸ਼ਿੰਗਟਨ ਪੋਸਟ ਵੱਲੋਂ ਕੀਤੇ ਗਏ ਇੱਕ ਸਰਵੇ ਵਿੱਚ 2 ਰਿਪਬਲਿਕਨ MP ਜਿੱਥੇ ਟਰੰਪ ਨੂੰ ਰਾਸ਼ਟਰਪਤੀ ਚੋਣ ਦਾ ਜੇਤੂ ਮੰਨਦੇ ਨੇ, ਉੱਥੇ 220 MPs ਨੇ ਇਸ ਗੱਲ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕਿਸ ਨੇ ਚੋਣ ਜਿੱਤੀ। ਇਹ ਸਰਵੇ ਟਰੰਪ ਦੇ ਉਸ ਵੀਡੀਓ ਪਿੱਛੋਂ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਬਾਈਡਨ ਨੂੰ ਹਟਾਉਣ ਦਾ ਦਾਅਵਾ ਕੀਤਾ ਸੀ। ਰਿਪਬਲਿਕਨ ਪਾਰਟੀ ਦੇ 8 MPs ਨੇ ਟਰੰਪ ਵੱਲੋਂ ਜਿੱਤ ਦਾ ਦਾਅਵੇ ਦਾ ਸਮਰਥਨ ਕੀਤਾ ਅਤੇ ਸੂਬਾਈ ਵਿਧਾਨ ਸਭਾਵਾਂ ਤੋਂ ਉਹਨਾਂ ਨੂੰ ਜੇਤੂ ਐਲਾਨ ਕਰਨ ਲਈ ਕਿਹਾ, ਜਿੱਥੇ ਰਾਸ਼ਟਰਪਤੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿੱਚ ਹੋਈ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਜਾਰਜੀਆ ਵਿੱਚ ਜਿੱਤ ਦਾ ਫੇਰ ਝੂਠਾ ਦਾਅਵਾ ਕੀਤਾ। ਟਰੰਪ ਨੇ ਰਿਪਬਲਿਕਨ ਸੈਨੇਟਰਾਂ ਕੈਲੀ ਲੋਇਫਰ ਅਤੇ ਡੇਵਿਡ ਪਾਰਡਿਊ ਲਈ ਜਾਰਜੀਆ ਵਿੱਚ ਪ੍ਰਚਾਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਸੂਬੇ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਟਰੰਪ ਨੇ ਬਾਈਡਨ ਦੇ ਉਸ ਫੈਸਲੇ ਦੀ ਵੀ ਆਲੋਚਨਾ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਪੈਰਿਸ ਪੌਣ ਪਾਣੀ ਸਮਝੌਤੇ ਨਾਲ ਫਿਰ ਤੋਂ ਜੁੜਨ ਦੀ ਗੱਲ ਕਹੀ ਹੈ। ਮੌਜੂਦਾ ਰਾਸ਼ਟਰਪਤੀ ਨੇ ਕਿਹਾ ਕਿ ਇਸ ਨਾਲ ਚੀਨ ਅਤੇ ਰੂਸ ਨੂੰ ਫਾਇਦਾ ਹੋਵੇਗਾ। ਟਰੰਪ ਨੇ ਰਾਸ਼ਟਰਪਤੀ ਅਹੁਦੇ ਲਈ ਹੋਈ ਚੋਣ ਪਿੱਛੋਂ ਪਹਿਲੀ ਰੈਲੀ ਵਿੱਚ ਕਿਹਾ ਕਿ ਸਾਨੂੰ ਪਤਾ ਹੈ ਕਿ ਅਸੀਂ ਜਾਰਜੀਆ ਵਿੱਚ ਜਿੱਤ ਹਾਸਲ ਕੀਤੀ ਹੈ, ਇਹ ਗੱਲ ਤੁਸੀਂ ਸਮਝਦੇ ਹੋ। ਟਰੰਪ ਨੇ ਕਿਹਾ ਕਿ ਉਹ ਦੋਵਾਂ ਰਿਪਬਲਿਕਨ ਨੇਤਾਵਾਂ ਦੀ ਜਿੱਤ ਨਿਸ਼ਚਿਤ ਕਰਨ ਲਈ ਇੱਥੇ ਆਏ ਹਨ, ਜੋ ਅਮਰੀਕਾ ਦੇ ਇਤਿਹਾਸ ਵਿੱਚ ਸੈਨੇਟ ਲਈ ਸ਼ਾਇਦ ਸਭ ਤੋਂ ਮਹੱਤਵਪੂਰਨ ਮੁਕਾਬਲਾ ਹੈ। ਦੱਸਣਯੋਗ ਹੈ ਕਿ ਵਾਸਤਵਿਕਤਾ ਵਿੱਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਕਰੀਬ 12,500 ਵੋਟਾਂ ਦੇ ਫਰਕ ਨਾਲ ਜਾਰਜੀਆ ਵਿੱਚੋਂ ਚੋਣ ਜਿੱਤੀ ਸੀ। ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਰੈਲੀ ਦੀ ਸ਼ੁਰੂਆਤ ਵਿੱਚ ਜਾਰਜੀਆ ਦੇ ਲੋਕਾਂ ਨੂੰ ਕਿਹਾ ਕਿ ਇਸ ਸਮੇਂ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਇੱਕ ਨਾਗਰਿਕ ਦੇ ਤੌਰ ਉੱਤੇ ਆਪਣੇ ਅਧਿਕਾਰਾਂ ਦੀ ਵਰਤੋਂ ਕਰੋ ਅਤੇ ਵੋਟਾਂ ਪਾਓ। ਜਾਰਜੀਆ ਵਿੱਚ ਇੱਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਰੈਲੀ ਤੋਂ ਪਹਿਲੇ ਟਰੰਪ ਨੇ ਜਾਰਜੀਆ ਦੇ ਗਵਰਨਰ ਨੂੰ ਸ਼ਨੀਚਰਵਾਰ ਨੂੰ ਫੋਨ ਕਰਕੇ ਸੂਬੇ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਦਾ ਨਤੀਜਾ ਪਲਟਣ ਲਈ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਅਜਲਾਸ ਬੁਲਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ ਗਵਰਨਰ ਬ੍ਰਿਆਨ ਕੈਂਪ ਨੇ ਇਸ ਨੂੰ ਠੁਕਰਾ ਦਿੱਤਾ। ਇਸ ਸੰਬੰਧ ਵਿੱਚ ਸਭ ਤੋਂ ਪਹਿਲਾਂ ਖਬਰ ਵਾਸ਼ਿੰਗਟਨ ਪੋਸਟ ਨੇ ਦਿੱਤੀ ਸੀ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਪੰਜਾਬ ਮਿਲ USA TV।